श्री अकाल दोस्तों, मैं डॉक्टर गुरप्रीत सिंह एमडी मेडिसिन बतौर फिजिशियन बाबर नर्सिंग होम 'ਚ काम कर रहे हैं। जिस तरह कि ਆਪਾਂ ਪਹਿਲਾਂ ਵੀ ਕੁਝ ਰੂਟੀਨ ਟੌਪਿਕਸ ਦੀ ਗੱਲ ਕਰ ਚੁੱਕੇ ਹਾਂ ਤੇ ਟਾਈਮ ਬਾਈ ਟਾਈਮ ਆਪਾਂ ਕੁਝ ਰੂਟੀਨ ਟੌਪਿਕਸ ਦੀ ਗੱਲ ਕਰਕੇ ਅਪਡੇਟ ਦਿੰਦੇ ਰਵਾਂਗੇ, ਕਿਉਂਕਿ ਇੱਕ ਮੈਡੀਸਨ ਇੱਕ ਐਸਾ ਪ੍ਰੋਫੈਸ਼ਨ ਹੈ ਜੋ ਕਿ ਸਭ ਤੋਂ ਕਾਮਨ ਜਿਹੜੀਆਂ ਡਿਜ਼ੀਜ਼ ਹੁੰਦੀਆਂ ਉਹਨੂੰ ਡੀਲ ਕਰਦਾ ਹੈ। ਕਿਉਂਕਿ ਕੋਈ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਇੱਕ ਫਿਜ਼ੀਸ਼ੀਅਨ, ਇੱਕ ਐਮਡੀ ਮੈਡੀਸਨ ਕੋਲ ਹੀ ਜਾਂਦਾ ਹੈ ਆਪਣੀ ਪ੍ਰੋਬਲਮ ਲੈ ਕੇ। ਉਸ ਤੋਂ ਬਾਅਦ ਫਿਰ ਇੱਕ ਫਿਜ਼ੀਸ਼ੀਅਨ ਗਾਈਡ ਕਰਦਾ ਹੈ ਵੀ ਇਸ ਪੇਸ਼ੈਂਟ ਨੇ ਮੈਡੀਸਨ ਦੇ ਹੀ ਟ੍ਰੀਟਮੈਂਟ ਚੱਲੇਗਾ ਜਾਂ ਕੋਈ ਸਰਜੀਕਲ ਇੰਟਰਵੈਂਸ਼ਨ ਜਾਂ ਕੋਈ ਸਪੈਸ਼ਲਾਈਜ਼ਡ ਟ੍ਰੀਟਮੈਂਟ ਦੀ, ਜਿਵੇਂ ਕੋਈ ਨਿਊਰੋਲੋਜੀ ਜਾਂ ਕਾਰਡੀਓਲੋਜੀ ਦੀ ਹੈ, ਉਹਦੇ ਬਾਰੇ ਗਾਈਡ ਕਰਦੇ ਨੇ। ਅੱਜ ਆਪਾਂ ਬਹੁਤ ਹੀ ਸਿੰਪਲ ਟੌਪਿਕ, ਜਿਹਨੂੰ ਕਿ ਸਭ ਤੋਂ ਸਿੰਪਲ ਟੌਪਿਕ ਆਪਾਂ ਲੇਮਨ ਟੌਪਿਕ ਕਹਾਂਗੇ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਬਾਰੇ ਡਿਸਕਸ ਕਰਾਂਗੇ। ਕਿਉਂਕਿ ਹਰੇਕ ਬੰਦੇ ਨੂੰ ਇਹ ਨਾਮ ਪਤਾ ਹੁੰਦਾ, ਈਵਨ ਕਿ ਬੱਚੇ ਨੂੰ ਵੀ ਇਸ ਵਰਡ ਬਾਰੇ ਪਤਾ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਕੀ ਹੈ, ਹਾਈਪਰਟੈਂਸ਼ਨ ਕੀ ਹੈ। ਈਵਨ ਕਈ ਵਾਰੀ ਅੱਜ ਕੱਲ੍ਹ ਤਾਂ ਪੇਰੈਂਟਸ ਵੀ ਆ ਕਹਿ ਦਿੰਦੇ ਨੇ ਵੀ ਸਾਡੇ ਬੱਚੇ ਦਾ ਬੀਪੀ ਚੈੱਕ ਕਰੋ, ਬਲੱਡ ਪ੍ਰੈਸ਼ਰ ਚੈੱਕ ਕਰੋ। ਬਲੱਡ ਪ੍ਰੈਸ਼ਰ ਇੱਕ ਐਸੀ ਚੀਜ਼ ਹੈ ਕਿ ਜਿਸ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਬਟ ਇਹ ਹੈ ਕਿ ਕਈ ਵਾਰੀ ਲੋਕੀ ਓਵਰ ਟ੍ਰੀਟ ਕਰ ਦਿੰਦੇ ਨੇ, ਓਵਰ ਮੈਡੀਕੇਸ਼ਨ ਦੇ ਦਿੰਦੇ ਨੇ, ਜੋ ਕਿ ਨਹੀਂ ਹੋਣੀ ਚਾਹੀਦੀ। ਇਹ ਪ੍ਰੋਪਰਲੀ ਟ੍ਰੀਟ ਹੋਣਾ ਚਾਹੀਦਾ, ਕਿਉਂਕਿ ਬਲੱਡ ਪ੍ਰੈਸ਼ਰ ਦੀਆਂ ਮੈਡੀਸਿਨਸ ਅਲੱਗ-ਅਲੱਗ ਨੇ। ਇਹਦੇ ਕਈ ਗਰੁੱਪਸ ਨੇ, 8-7-8 ਗਰੁੱਪਸ ਨੇ, ਤੇ ਹਰੇਕ ਡਿਜ਼ੀਜ਼ ਵਾਸਤੇ ਸੈਪਰੇਟ ਬੀਪੀ ਦੀ ਮੈਡੀਸਨ, ਬਲੱਡ ਪ੍ਰੈਸ਼ਰ ਮੈਡੀਸਨ ਪ੍ਰਿਸਕ੍ਰਾਈਬ ਹੁੰਦੀ ਹੈ। ਇਹ ਨਹੀਂ ਵੀ ਇੱਕ ਗੋਲੀ ਹੈ ਜਿਹੜੀ ਕਿ ਸਭ ਨੂੰ ਆਪਾਂ ਦੱਸ ਕੇ ਕਾਮਨ ਗੱਲ ਸੁਣਨ 'ਚ ਮਿਲ ਜੀ ਹੈ ਕਿ 50 ਨੰਬਰ ਦੀ ਗੋਲੀ ਖਾਂਦੇ ਆ ਤਾਂ ਸਾਰੇ ਪੇਸ਼ੈਂਟਸ ਕਹਿ ਦਿੰਦੇ ਨੇ ਜੀ 50 ਨੰਬਰ ਦੀ ਗੋਲੀ ਖਾਂਦੇ ਆ, ਜੋ ਕਿ ਗਲਤ ਹੈ। ਕਿ ਤੁਸੀਂ ਇੱਕ ਰਾਏ ਲੈ ਕੇ, ਡਾਕਟਰ ਦੀ ਪ੍ਰੋਪਰ ਰਾਏ ਲੈ ਕੇ ਆਪਣੀ ਗੋਲੀ ਸੈੱਟ ਕਰਾਓ ਤੇ ਉਸ ਨੂੰ ਰੈਗੂਲਰ ਚੈੱਕ ਖਾਂਦੇ ਰਹੋ ਤੇ ਟਾਈਮ ਬਾਈ ਟਾਈਮ ਡਾਕਟਰ ਕੋਲ ਚੈੱਕ ਕਰਾਓ। ਤੇ ਬਲੱਡ ਪ੍ਰੈਸ਼ਰ ਹੁੰਦਾ ਕੀ ਹੈ? ਬੇਸਿਕਲੀ ਬਲੱਡ ਪ੍ਰੈਸ਼ਰ, ਜਿਵੇਂ ਨਾਮ ਦੱਸਦਾ, ਕਿ ਆਪਣੀ ਜਿਹੜੀਆਂ ਆਰਟਰੀਜ਼ ਹੁੰਦੀਆਂ, ਖੂਨ ਦੀਆਂ ਨਸਾਂ ਹੁੰਦੀਆਂ, ਜੋ ਉਹਨਾਂ 'ਚ ਪ੍ਰੈਸ਼ਰ ਹੁੰਦਾ ਹੈ ਉਹਨੂੰ ਅਸੀਂ ਬਲੱਡ ਪ੍ਰੈਸ਼ਰ ਕਹਿ ਦਿੰਦੇ ਹਾਂ। ਨਾਰਮਲ ਐਵਰੇਜ ਉੱਪਰਲਾ ਬਲੱਡ ਪ੍ਰੈਸ਼ਰ 120, ਜਿਹਨੂੰ ਕਿ ਆਪਾਂ ਸਿਸਟੋਲਿਕ ਕਹਿੰਦੇ ਹਾਂ, ਤੇ ਨੀਚੇ ਵਾਲਾ ਪ੍ਰੈਸ਼ਰ 80, ਜਿਹਨੂੰ ਡਾਇਸਟੋਲਿਕ ਕਹਿੰਦੇ ਹਾਂ, ਇੱਕ ਨਾਰਮਲ ਬੰਦੇ ਵਾਸਤੇ ਹੈ। ਕਿ ਵਿਦ ਏਜ ਇਸ ਬਲੱਡ ਪ੍ਰੈਸ਼ਰ ਦਾ ਫਰਕ ਪੈਂਦਾ ਹੈ। ਅਬਵ ਦੀ ਏਜ ਆਫ 60, 75 ਤੇ ਥੋੜਾ ਜਿਹਾ ਹਾਇਰ ਸਾਈਡ ਤੇ ਹੋਏ ਤਾਂ ਆਪਾਂ ਉਹਨੂੰ ਨਾਰਮਲ ਕਾਊਂਟ ਕਰਦੇ ਹਾਂ, ਕਿਉਂਕਿ ਓਲਡ ਏਜ ਵਿੱਚ ਐਥਰੋਸਕਲੇਰੋਸਿਸ ਹੋਣ ਕਰਕੇ ਥੋੜਾ ਜਿਹਾ ਨਾਰਮਲ ਬੀਪੀ ਵੱਧ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਕੁਝ ਦੱਸਾਂਗੇ ਕਿ ਬਲੱਡ ਪ੍ਰੈਸ਼ਰ ਕਿਉਂ ਹੁੰਦਾ। ਬਲੱਡ ਪ੍ਰੈਸ਼ਰ ਦੇ ਕਾਰਨ ਕਈ ਹੁੰਦੇ ਨੇ। ਆਮ ਕਾਰਨ ਤਾਂ ਅਸੈਂਸ਼ੀਅਲ ਹਾਈਪਰਟੈਂਸ਼ਨ, ਜਿਸ ਦਾ ਕੋਈ ਕਾਰਨ ਨਹੀਂ ਹੁੰਦਾ, ਕਿ ਬਾਏ ਨਾਰਮਲ ਹੀ ਪ੍ਰੈਸ਼ਰ ਵੱਧ ਜਾਂਦਾ ਆਰਟਰੀਜ਼ ਵਿੱਚ, ਜੋ ਕਿ ਬਲੱਡ ਪ੍ਰੈਸ਼ਰ ਦਾ ਰੂਪ ਲੈ ਲੈਂਦੇ ਨੇ। ਫਿਰ ਕੁਝ ਡਿਜ਼ੀਜ਼ ਹੁੰਦੀਆਂ, ਜਿਵੇਂ ਕਿ ਕਿਡਨੀ ਡਿਜ਼ੀਜ਼, ਕ੍ਰੋਨਿਕ ਰੀਨਲ ਫੇਲੀਅਰ, ਜਦੋਂ ਗੁਰਦੇ ਖਰਾਬ ਹੋ ਜਾਂਦੇ ਨੇ ਤਾਂ ਵੀ ਬਲੱਡ ਪ੍ਰੈਸ਼ਰ ਬਹੁਤ ਵਧਣਾ ਸ਼ੁਰੂ ਹੋ ਜਾਂਦਾ ਹੈ। ਡਾਇਬਟੀਜ਼ ਦੇ ਨਾਲ ਨਾਲ ਵੀ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਜਾਂ ਕੋਈ ਪੇਸ਼ੈਂਟ ਕੋਈ ਡਰੱਗਸ ਲੈਂਦਾ ਹੋਵੇ ਜਾਂ ਸਮੋਕਿੰਗ ਦੀ ਹਿਸਟਰੀ ਹੋਵੇ, ਉਸ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਜਦੋਂ ਪੇਸ਼ੈਂਟ ਹੁੰਦਾ ਤਾਂ ਅਸੀਂ ਕਾਰਨ ਪੁੱਛਦੇ ਹਾਂ ਵੀ ਤੁਸੀਂ ਕੋਈ ਮੈਡੀਸਨ ਨਹੀਂ ਖਾ ਰਹੇ, ਤੁਹਾਡੀਆਂ ਸਮੋਕਿੰਗ ਹੈਬਿਟਸ ਕਿਵੇਂ ਨੇ, ਅਲਕੋਹਲ ਕਿਵੇਂ ਹੈ, ਇਹ ਸਾਰਾ ਕੁਝ ਮੈਟਰ ਕਰਦਾ ਹੈ। ਤੇ ਜਦੋਂ ਅਸੀਂ ਸੈਟ ਆਫ ਟੈਸਟ ਹੈਗੇ ਨੇ ਪੇਸ਼ੈਂਟ ਦੇ ਕਰਾਉਂਦੇ ਹਾਂ, ਜਿਹਦੇ ਵਿੱਚ ਕਿ ਸਾਰੇ ਕਿਡਨੀ ਫੰਕਸ਼ਨ ਟੈਸਟ, ਲਿਵਰ ਫੰਕਸ਼ਨ ਟੈਸਟ, ਲਿਪਿਡ ਪ੍ਰੋਫਾਈਲ, ਥਾਇਰਾਇਡ ਆ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਅੱਗੇ ਪ੍ਰੋਸੀਡ ਕਰਦੇ ਹਾਂ ਕਿ ਇਸ ਪੇਸ਼ੈਂਟ ਨੂੰ ਕੀ ਮੈਡੀਸਨ ਹੈ। ਤੇ ਕਾਰਨ ਜਿਵੇਂ ਤੁਹਾਨੂੰ ਦੱਸ ਚੁੱਕਿਆ, ਇਹ ਸਾਰੀਆਂ ਡਿਜ਼ੀਜ਼ ਨਾਲ ਰਿਲੇਟਡ ਹੈ। ਈਵਨ ਥਾਇਰਾਇਡ, ਹਾਈਪਰਥਾਇਰਾਇਡ ਵਧਿਆ ਹੋਵੇ, ਥਾਇਰਾਇਡ, ਕੋਲੈਸਟਰੋਲ ਵਧੇ ਹੋਣ, ਤੁਹਾਡਾ ਕਿਡਨੀ 'ਚ ਪ੍ਰੋਬਲਮ ਹੋਵੇ, ਇਹ ਸਾਰੇ ਕਾਰਨ ਕੰਟਰੀਬਿਊਟ ਕਰਦੇ ਨੇ ਹਾਈ ਬਲੱਡ ਪ੍ਰੈਸ਼ਰ 'ਚ। ਤੇ ਜੋ ਜਿੰਨੀਆਂ ਵੀ ਕੰਪਨੀ ਨੇ ਰਿਸਰਚ ਕੀਤੀ ਹੈ, ਉਹਨਾਂ ਨੇ ਇਹ ਪਾਇਆ ਕਿ ਬਲੱਡ ਪ੍ਰੈਸ਼ਰ ਦਾ ਸਭ ਤੋਂ ਕਾਮਨ ਕਾਜ਼ ਜਿਹੜਾ ਹੈਗਾ ਉਹ ਹੈਗਾ ਸਾਲਟ, ਨਮਕ ਦਾ ਲੈਣਾ। ਆਪਾਂ ਇਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ, ਬਟ ਸਾਲਟ ਇੱਕ ਬਹੁਤ ਵੱਡਾ ਫੈਕਟਰ ਹੈ। ਤੇ ਤੁਸੀਂ ਜੇ ਆਪਾਂ ਬੈਠ ਕੇ ਸੋਚੀਏ ਕਿ ਇਹ ਅਸੀਂ ਨਾਰਮਲ ਜੀ ਇੰਨਾ ਸਾਲਟ ਲੈ ਲੈਂਦੇ ਹਾਂ ਜਿੰਨਾ ਕਿ ਆਪਾਂ ਨੂੰ ਰਿਕੁਆਇਰਡ ਨਹੀਂ ਹੁੰਦਾ, ਜਿੰਨੀ ਕਿ ਆਪਾਂ ਨੂੰ ਲੋੜ ਨਹੀਂ ਹੁੰਦੀ। ਆਪਾਂ ਸਲਾਦ ਚੀਰਦੇ ਹਾਂ, ਉਹਦੇ 'ਚ ਨਮਕ ਪਾ ਲੈਂਦੇ ਹਾਂ। ਆਪਾਂ ਸੇਬ ਕੱਟਦੇ ਹਾਂ ਜਾਂ ਕੋਈ ਫਰੂਟ ਚਾਟ ਬਣਾਉਂਦੇ ਹਾਂ, ਉਹ 'ਚ ਨਮਕ ਪਾ ਲੈਂਦੇ ਹਾਂ। ਇਹ ਉੱਪਰੋਂ ਐਡ ਔਨ ਸਾਲਟ ਬਿਲਕੁਲ ਨਹੀਂ ਚਾਹੀਦਾ। ਨੰਬਰ 2,
ਜਿਹੜੀ ਸਬਜ਼ੀ ਬਣਦੀ ਹੈ ਆਪਾਂ ਕਈ ਵਾਰ ਕਹਿੰਦੇ ਨਮਕ ਥੋੜਾ ਘੱਟ ਹੈ, ਬਹੁਤ ਲੋਕੀ ਨਮਕ ਤੇਜ਼ ਖਾਂਦੇ ਨੇ। ਇਹ ਕਹਿੰਦੇ ਜੀ ਮੈਂ ਅਸੀਂ ਮਿੱਠਾ ਘੱਟ ਖਾਂਦੇ ਆ ਪਰ ਨਮਕ ਅਸੀਂ ਪੂਰਾ ਲੈ ਲੈਂਦੇ ਆ। ਇਹ ਸਭ ਤੋਂ ਮਾੜੀ ਗੱਲ ਹੈ। ਨਮਕ ਵੀ ਜਿੰਨਾ ਸ਼ੂਗਰ ਡੇਂਜਰਸ ਹੈਗੀ ਹੈ ਓਨਾ ਹੀ ਨਮਕ ਡੇਂਜਰਸ ਹੈ। ਸੋ ਨਮਕ ਦੀ ਮਾਤਰਾ ਜਿੰਨੀ ਤੁਸੀਂ ਘੱਟ ਕਰ ਸਕਦੇ ਹੋ ਆਪਣੇ ਖਾਣੇ 'ਚ ਉਨਾ ਹੀ ਵਧੀਆ ਹੈ। ਕੋਈ ਜਦੋਂ ਤੁਸੀਂ ਕੋਈ ਫਰੂਟ ਚੀਰਦੇ ਹੋ ਜਾਂ ਕੋਈ ਚਾਟ ਬਣਾਉਂਦੇ ਹੋ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਨਮਕੀਨ ਬਣਾਉਂਦੇ ਹੋ ਉਹਦੇ 'ਚ ਐਕਸਟਰਾ ਨਹੀਂ ਲੈਣਾ। ਜੋ ਆਪਾਂ ਚਿਪਸ ਖਾਂਦੇ ਆ ਚਿਪਸ ਵਿੱਚ ਬਹੁਤ ਜ਼ਿਆਦਾ ਨਮਕ ਹੈ। ਤੁਸੀਂ ਉੱਪਰ ਪੜੋ ਤੇ ਲਿਖਿਆ ਹੁੰਦਾ ਐਡੀਬਲ ਆਇਲ ਤੇ ਸਾਲਟ ਬਹੁਤ ਜ਼ਿਆਦਾ ਚਿਪਸ ਵਿੱਚ, ਨਮਕੀਨ ਭੁਜੀਏ 'ਚ। ਤੇ ਜਿਹੜਾ ਆਪਾਂ ਅਚਾਰ ਖਾਂਦੇ ਆ ਲੋਕੀ ਕਈ ਕਹਿੰਦੇ ਮੈਂ ਕੁਛ ਨਹੀਂ ਖਾਂਦੇ ਬਸ ਸਿਰਫ ਅਚਾਰ ਜ਼ਰੂਰ ਮੈਂ ਸਵੇਰੇ ਸ਼ਾਮ ਲੈ ਲੈਂਦਾ। ਜਦੋਂ ਅਚਾਰ ਬਣਦਾ ਆਪਾਂ ਉਸ ਕਿਲੋ ਨਮਕ ਪਾ ਦਿੰਦੇ ਆ, 2 ਪੈਕੇਟ ਵੀ ਪਾ ਦਿੰਦੇ ਆ। ਉਹ ਸਾਰਾ ਸਾਲਟ ਨਮਕ ਕਿੱਥੇ ਜਾਂਦਾ ਹੈ? ਇਹ ਸਾਰਾ ਵਿੱਚ ਐਬਜ਼ੌਰਬ ਹੋ ਕੇ ਐਟਲੀਸਟ ਆਪਣੀ ਬੋਡੀ 'ਚ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਨਮਕ ਦੀ ਮਾਤਰਾ ਬਹੁਤ ਘੱਟ ਤੋਂ ਘੱਟ ਰੱਖਣੀ ਚਾਹੀਦੀ ਹੈ। ਸਭ ਤੋਂ ਵੱਡਾ ਫੈਕਟਰ ਹੈ। ਮੈਂ ਕਹਿੰਦਾ ਵੀ ਜੇ ਆਪਾਂ ਆਪਣੇ ਖਾਣੇ 'ਚ ਨਮਕ ਘਟਾ ਦਈਏ ਤਾਂ 50% ਲੋਕੀ ਵੈਸੇ ਹੀ ਠੀਕ ਹੋ ਜਾਣਗੇ ਬਿਨਾਂ ਕਿਸੇ ਚੀਜ਼ ਤੋਂ। ਉਸ ਤੋਂ ਬਾਅਦ ਆਉਂਦਾ ਲਾਈਫ ਸਟਾਈਲ ਮੋਡੀਫਿਕੇਸ਼ਨਸ, ਵੀ ਘਿਓ ਮੱਖਣ ਨਹੀਂ ਖਾਣਾ, ਫਰੂਟਾਂ ਨਹੀਂ ਬਹੁਤਾ ਚੋਪੜਨਾ ਤੇ ਐਕਸਰਸਾਈਜ਼ ਕਰੋ। ਡਾਈਟ ਤੋਂ ਬਾਅਦ ਇਹ ਚੀਜ਼ ਆਉਂਦੀ ਹੈ ਤੇ ਇਹ 2 ਫੈਕਟਰ 50% 60% ਤੱਕ ਕੰਟਰੀਬਿਊਟ ਕਰ ਦਿੰਦੇ ਨੇ ਪੇਸ਼ੈਂਟ ਨੂੰ ਠੀਕ ਹੋਣ 'ਚ। ਬਾਕੀ ਸਟ੍ਰੈਸ ਹੁੰਦਾ ਉਹ ਬੜਾ ਕਾਮਨ ਹੈ। ਸਟ੍ਰੈਸ ਨੂੰ ਜੇ ਆਪਾਂ ਘਟਾ ਕੇ ਰੱਖਾਂਗੇ, ਕਈ ਵਾਰੀ ਅਸੀਂ ਮੈਡੀਸਨ ਬੀਪੀ ਦੀ ਦੇਣ ਦੀ ਜਗ੍ਹਾ ਸਿਰਫ ਸਟ੍ਰੈਸ ਦੀ ਮੈਡੀਸਨ ਦਿੰਦੇ ਪੇਸ਼ੈਂਟ ਤਾਂ ਵੀ ਠੀਕ ਹੋ ਜਾਂਦਾ। ਫਿਰ ਕਾਰਨ ਜੋ ਮੈਂ ਪਹਿਲਾਂ ਦੱਸ ਚੁੱਕਿਆ, ਜਿਵੇਂ ਥਾਇਰਾਇਡ ਹੋ ਗਿਆ, ਥਾਇਰਾਇਡ ਨੂੰ ਟ੍ਰੀਟ ਕਰੋ, ਲਿਪਿਡ ਪ੍ਰੋਫਾਈਲ ਦੀ ਰੇਂਜ ਜਾਂ ਲਿਪਿਡ ਪ੍ਰੋਫਾਈਲ ਨੂੰ ਠੀਕ ਕਰੋ, ਕਿਡਨੀ ਦੀ ਪ੍ਰੋਬਲਮ ਹੈ ਉਹਨੂੰ ਟ੍ਰੀਟ ਕਰੋ, ਉਹਦੇ ਨਾਲ ਵੀ ਕਾਫੀ ਬਲੱਡ ਪ੍ਰੈਸ਼ਰ ਡਾਊਨ ਹੋ ਜਾਂਦਾ। ਜੇ ਸ਼ੂਗਰ ਹੈ ਤੁਹਾਨੂੰ ਬਲੱਡ ਪ੍ਰੈਸ਼ਰ ਨਾਲ ਤਾਂ ਸ਼ੂਗਰ ਕੰਟਰੋਲ ਹੋਣੀ ਚਾਹੀਦੀ ਹੈ ਤੇ ਉਹਨੂੰ ਠੀਕ ਕਰੋ। ਫਿਰ ਗੱਲ ਆ ਜਾਂਦੀ ਹੈ ਬਲੱਡ ਪ੍ਰੈਸ਼ਰ ਆਪਾਂ ਦੇਖਣਾ ਕਿਵੇਂ, ਮੇਜ਼ਰ ਕਿਵੇਂ ਕਰਨਾ। ਦੇਖਣ ਦਾ ਵੀ ਬਹੁਤ ਜ਼ਰੂਰੀ ਇੰਪੋਰਟੈਂਟ ਮੈਥਡ ਹੁੰਦਾ ਹੈ ਕਿ ਪ੍ਰੋਪਰ ਜੋ ਮੈਥਡ ਹੈ ਉਹ ਲੇਟ ਕੇ ਇੱਕ ਬੈੱਡ ਤੇ ਲੇਟ ਕੇ ਆਰਾਮ ਨਾਲ ਬਾਹਾਂ ਸਿੱਧੀਆਂ ਕਰਕੇ ਤੁਸੀਂ ਖੱਬੀ ਸੱਜੀ ਬਾਂਹ ਤੇ ਜਿਹੜੀ ਆਪਣਾ ਅੱਪਰ ਆਰਮ ਹੈ ਇੱਥੇ ਬੰਨਣਾ ਵੀ ਜਿਹੜੀ ਆਪਣੀ ਕੂਣੀ ਕਹਿੰਦੇ ਆ, ਇਸ ਤੋਂ ਆਪਾਂ ਨੂੰ ਜਿਹੜਾ ਪੋਰਸ਼ਨ ਹੈ ਇਸ ਤੋਂ ਐਟਲੀਸਟ 4 ਉਂਗਲ ਉੱਪਰ ਬੰਨੋ ਤੇ ਪ੍ਰੋਪਰ ਬੰਨਣਾ। ਜਿਹੜਾ ਕਫ ਹੁੰਦਾ ਹੈ ਜਿਹੜਾ ਪ੍ਰੋਪਰ ਬੰਨਦੇ ਆ ਬਲੱਡ ਪ੍ਰੈਸ਼ਰ ਦੇਖਣ ਵਾਸਤੇ, ਕਫ ਨੂੰ ਚੰਗੀ ਤਰ੍ਹਾਂ ਬੰਨੋ ਤਾਂ ਕਿ ਪੂਰੀ ਬਾਂਹ ਨੂੰ ਕਵਰ ਕਰ ਜਾਏ ਤੇ ਜਿਹੜੇ ਉਸ ਬਲੱਡ ਪ੍ਰੈਸ਼ਰ ਦੀ ਪਾਈਪ ਹੁੰਦੀ ਹੈ ਜੋ ਜਾਂਦੀ ਹੈ ਉਹ ਸੈਂਟਰ 'ਚ ਹੋਣੀ ਚਾਹੀਦੀ ਹੈ। ਇਹ ਪ੍ਰੋਪਰ ਮੈਥਡ ਹੈ ਦੇਖਣ ਦਾ। ਬਹੁਤ ਲੋਕੀ ਜੋ ਦੇਖਦੇ ਆ ਘਰ 'ਚ ਕਿਸੇ ਦਾ ਨੀਚੇ ਹੁੰਦਾ, ਕਿਸੇ ਦਾ ਉੱਪਰ ਹੁੰਦਾ, ਕੋਈ ਪੂਰੀ ਪ੍ਰੋਪਰ ਤਰ੍ਹਾਂ ਬੰਦਾ ਨਹੀਂ। ਇਹਦੇ ਨਾਲ ਫਾਲਸ ਰੀਡਿੰਗ ਆਉਣ ਦੇ ਬਹੁਤ ਚਾਂਸ ਹੁੰਦੇ ਨੇ ਤੇ ਪੇਸ਼ੈਂਟ ਕਈ ਵਾਰੀ ਗਲਤ ਰੀਡਿੰਗ ਦੇਖ ਕੇ ਬਲੱਡ ਪ੍ਰੈਸ਼ਰ ਡਾਕਟਰ ਕੋਲ ਭੱਜੇ ਆਉਂਦਾ, ਮੇਰਾ ਬਲੱਡ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ। ਜਦੋਂ ਅਸੀਂ ਚੈੱਕ ਕਰਦੇ ਹਾਂ ਆਪਣੇ ਤਰੀਕੇ ਨਾਲ ਨਾਰਮਲ ਮੈਥਡ ਨਾਲ ਤਾਂ ਉਹਦਾ ਬਲੱਡ ਪ੍ਰੈਸ਼ਰ ਕਾਫੀ ਵਾਰੀ ਠੀਕ ਹੁੰਦਾ ਤੇ ਪੇਸ਼ੈਂਟ ਵੈਸੇ ਘਬਰਾ ਕੇ ਦਵਾਈ ਲੈ ਲੈਂਦਾ। ਸੋ ਬਲੱਡ ਪ੍ਰੈਸ਼ਰ ਤੁਸੀਂ ਘਰ ਦੇਖਣਾ, ਤੁਸੀਂ ਘਰ ਆਟੋਮੈਟਿਕ ਮਸ਼ੀਨਸ ਵੀ ਅੱਜਕੱਲ ਆਈਆਂ, ਤੁਸੀਂ ਉਹਨਾਂ ਨਾਲ ਬੜੇ ਆਰਾਮ ਨਾਲ ਦੇਖ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਹਾਨੂੰ ਇੱਕ ਮਰਕਰੀ ਵਾਲਾ ਜਾਂ ਦੂਜਾ ਡਾਇਲ ਵਾਲਾ ਬਲੱਡ ਪ੍ਰੈਸ਼ਰ ਚਾਹੀਦਾ ਹੈ। ਤੁਸੀਂ ਸਿੰਪਲ ਅੱਛੀ ਕੰਪਨੀ ਦਾ ਬਲੱਡ ਪ੍ਰੈਸ਼ਰ ਡਿਜੀਟਲ ਲੈ ਸਕਦੇ ਹੋ। ਟਾਈਮ ਬਾਈ ਟਾਈਮ ਉਹਦੇ ਸਾਈਜ਼ ਚੈੱਕ ਕਰਕੇ ਤੁਸੀਂ ਉਹਨੂੰ ਯੂਜ਼ ਕਰੋ ਤੇ ਤੁਸੀਂ ਪ੍ਰੋਪਰ ਮੇਲ ਕਰ ਸਕਦੇ ਹੋ। ਫਿਰ ਇੱਕ ਨੰਬਰ 3 ਤੇ ਇੰਪੋਰਟੈਂਟ ਗੱਲ ਮੈਂ ਇਸ 'ਚ ਕਹਿਣੀ ਚਾਹੁੰਦਾ ਕਿ ਸਰਦੀਆਂ ਵਿੱਚ ਖਾਸ ਕਰਕੇ ਬਲੱਡ ਪ੍ਰੈਸ਼ਰ ਦਾ ਮਾਤਰਾ ਵੱਧ ਜਾਂਦੀ ਹੈ, ਪ੍ਰੈਸ਼ਰ ਵੱਧ ਜਾਂਦਾ ਹੈ ਤੇ ਮਾਰਨਿੰਗ ਸਰਜ ਜਿਹੜਾ ਕਿ ਸਵੇਰੇ ਉੱਠ ਕੇ ਬੀਪੀ ਬਹੁਤ ਹਾਈ ਹੁੰਦਾ ਹੈ। ਇਸ ਕਰਕੇ ਅਸੀਂ ਐਡਵਾਈਸ ਕਰਦੇ ਹਾਂ ਕਿ ਕਈ ਲੋਕ ਕਹਿੰਦੇ ਮੈਂ ਬ੍ਰੇਕਫਾਸਟ ਨਹੀਂ ਕੀਤਾ, ਮੈਂ ਆਪਣੀ ਦਵਾਈ 10 ਵਜੇ ਲੈਣੀ, 11 ਵਜੇ, ਕਿਉਂਕਿ 12 ਵਜੇ ਰੋਟੀ ਖਾਂਦੇ ਨੇ, 12 ਵਜੇ ਲੈਂਦੇ ਨਹੀਂ। ਤੁਸੀਂ ਆਪਣਾ ਟਾਈਮ ਫਿਕਸ ਕਰਨਾ ਵੀ ਸਵੇਰੇ 7:30 8 ਵਜੇ ਆਪਣੀ ਬਲੱਡ ਪ੍ਰੈਸ਼ਰ ਦਵਾਈ ਲੈ ਲੈਣੀ। ਇਹਦੇ ਨਾਲ ਖਾਣ ਪੀਣ ਦਾ ਬ੍ਰੇਕਫਾਸਟ ਦਾ ਕੋਈ ਲਿੰਕ ਨਹੀਂ ਹੁੰਦਾ। ਤੁਸੀਂ ਈਜ਼ੀਲੀ ਆਪਣੇ ਸਿੰਪਲ ਚਾਹ ਬਿਸਕੁਟ ਲੈ ਕੇ ਵੀ ਆਪਣੀ ਬੀਪੀ ਦੀ ਦਵਾਈ ਲੈ ਸਕਦੇ ਹੋ ਤੇ ਤੁਹਾਨੂੰ ਲੈਣੀ ਹੀ ਚਾਹੀਦੀ ਹੈ। ਇਹ ਪ੍ਰੋਪਰ ਮੈਥਡ ਹੈ ਤੇ ਜੇ ਈਵਨਿੰਗ ਤੁਹਾਨੂੰ ਪ੍ਰਸਕ੍ਰਾਈਬ ਕੀਤੀ ਡਾਕਟਰ ਨੇ ਤਾਂ ਤੁਸੀਂ ਈਵਨਿੰਗ ਵਾਲੀ ਆਪਣੀ ਡੋਜ਼ ਵੀ ਪ੍ਰੋਪਰ ਲਓ। ਇਹ ਡੋਜ਼ ਮਿਸ ਨਹੀਂ ਕਰਨੀ। ਕਈਆਂ ਨੂੰ ਇੱਕ ਡੋਜ਼ ਨਾਲ ਨਹੀਂ 2 ਨਾਲ ਐਡ ਹੁੰਦੀਆਂ, ਕਈਆਂ ਨੂੰ 3 ਮੈਡੀਸਿਨ ਵੀ ਐਡ ਕਰਨੀ ਪੈਂਦੀਆਂ। ਤਾਂ ਆਪਾਂ ਨੂੰ ਉਵੇਂ ਹੀ ਡਾਕਟਰ ਦੀ ਐਡਵਾਈਸ ਫੋਲੋ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਇੱਕ ਤਰ੍ਹਾਂ ਫਿਜ਼ੀਸ਼ੀਅਨ ਐਮਡੀ ਮੈਡੀਸਿਨ ਤੁਹਾਨੂੰ ਡਾਕਟਰ ਨੂੰ ਐਡਵਾਈਸ ਕਰਦਾ ਹੈ। ਤੇ ਅਰਲੀ ਮਾਰਨਿੰਗ ਜਿਹੜਾ ਬੀਪੀ ਹੈ ਨਾ ਉਹ ਜ਼ਰੂਰ ਚੈੱਕ ਕਰਨਾ ਹੁੰਦਾ, ਠੀਕ ਹੈ, ਕਿਉਂਕਿ ਉਸ ਟਾਈਮ ਤੇ ਬੀਪੀ ਬਹੁਤ ਹਾਈ ਹੁੰਦਾ ਤੇ ਇਸ ਕਰਕੇ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਅਟੈਕ ਹੁੰਦੇ ਨੇ, ਹਾਰਟ ਅਟੈਕ ਹੋ ਗਿਆ ਜਾਂ ਬ੍ਰੇਨ ਅਟੈਕ ਜਿਹਨੂੰ ਆਪਾਂ ਲਕਵਾ ਕਹਿੰਦੇ ਆ ਜਾਂ ਸਾਡੀ ਇੰਗਲਿਸ਼ ਲੈਂਗੁਏਜ ਹੈਮੀਪਲੀਜੀਆ ਹੈਮੀਪੈਰਿਸਿਸ ਕਹਿੰਦੇ ਆ, ਇੱਕ ਪਾਸਾ ਰੁਕ ਜਾਂਦਾ ਸਵੇਰੇ ਆਪਾਂ ਕਹਿੰਦੇ ਬ੍ਰੇਨ ਦਾ ਅਟੈਕ ਆ ਗਿਆ। ਇਹ ਸਵੇਰੇ ਹੀ ਆਉਂਦੇ ਨੇ, ਸਵੇਰੇ 5 6 7 4 ਤੋਂ ਲੈ ਕੇ 7 ਵਜੇ ਤੱਕ 8 ਵਜੇ ਤੱਕ ਇਹ ਇੰਸੀਡੈਂਸ ਬਹੁਤ ਜ਼ਿਆਦਾ ਹੈ। ਇਹ ਅਟੈਕ ਜ਼ਿਆਦਾਤਰ ਸਵੇਰੇ ਹੀ ਹੁੰਦੇ ਨੇ। ਕਿਉਂ ਹੁੰਦੇ ਨੇ?
ਕਿਉਂਕਿ ਉਸ ਟਾਈਮ ਤੇ ਬਲੱਡ ਪ੍ਰੈਸ਼ਰ ਬਹੁਤ ਵਧਿਆ ਹੁੰਦਾ ਹੈ। ਸੋ ਆਪਾਂ ਨੂੰ ਇਹ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਉਸ ਟਾਈਮ ਆਪਣਾ ਬਲੱਡ ਪ੍ਰੈਸ਼ਰ ਤੇ ਪੂਰਾ ਕੰਟਰੋਲ ਰੱਖੀਏ। ਬੀਪੀ ਸਵੇਰੇ ਉੱਠ ਕੇ ਦਵਾਈ ਲਈਏ, ਤੇ ਜੇ ਈਵਨਿੰਗ ਵੀ ਹੈ ਤਾਂ ਉਹ ਈਵਨਿੰਗ ਵੀ ਲਓ। ਫਿਰ ਨੰਬਰ 5, ਆਪਾਂ ਨੂੰ ਸਮੋਕਿੰਗ ਜਿਹੜਾ ਬੰਦਾ ਕਰਦਾ ਹੈ, ਸਮੋਕਿੰਗ ਬੰਦ ਕਰਨਾ ਬਹੁਤ ਜ਼ਰੂਰੀ ਹੈ। ਸਮੋਕਿੰਗ ਨਾਲ ਡਾਇਰੈਕਟ ਲਿੰਕ ਹੈ। ਸਮੋਕਿੰਗ ਤੋਂ ਹੋਰ ਸਾਈਡ ਇਫੈਕਟ ਵੀ ਹੈ, ਜਿਵੇਂ ਲੰਗ ਕੈਂਸਰ ਕਰ ਦਿੰਦੀ ਹੈ ਤੇ ਬੀਪੀ ਤੇ ਬਹੁਤ ਵੱਡਾ ਇਫੈਕਟ ਹੈਗਾ। तो इस करके स्मोकिंग बंद करनी बहुत जरूरी है। जो कुछ बंदे नशा करते हैं, ड्रिंक बहुत करते हैं, क्योंकि जो ज़्यादा ड्रिंक करने नाल बीपी बढ़ जाता है तो उस नाल भी कुछ अटैक होने चांस बढ़ जाते हैं। सो अपन ड्रिंक घट मात्रा यूज करनी चाहिए है, स्मोकिंग बिल्कुल नहीं करनी चाहिए। तो जे होर कोई नशे कोई दवाई वरतता है, कोई दर्द दी गोलियां कुछ हो, तो उसमें बंद करना चाहिए। सो मैडिकेशन बारे अपन हिस्ट्री लैनी बहुत जरूरी है कि पेशेंट कई बार कोई अपनी दवाई दर्द दी खवाई जाता है, जिस कारण किडनी डैमेज हो जाती है, बीपी बढ़ जाता है। तो साढ़े को कोई पेशेंट आता है तो सानू ये सारी हिस्ट्री लैके असं दसते हैं, गाइड करते हैं भी कोई लगातार मेडिसिन नहीं खानी। कि लोग थोड़ा जिहा दर्द हो सैरिडोन डिस्पिन ले लेंगे ने, इस तरह दवाइयां नहीं लैनी। तो एंड विच मैं तुहानू ये बारे दसना भी ये कॉम्पलीकेशन बहुत ज़्यादा ने। कल्ला ब्लड प्रैशर ही 7-8 बीमारियां कर दिंदा है। जो ब्लड प्रैशर अनकंट्रोल रहेगा, ये तुहाडे हार्ट ते लोड पाएगा। नंबर 1 तुहानू हार्ट की डिजीज हो सकती है। नंबर 2, जे तुहाडे ब्लड प्रैशर कंट्रोल नहीं रहेगा, तुहानू कोई लकवा या हैमीप्लीजिया जिन्होंने आपां कहने हैं, ब्रेन का कोई स्ट्रोक हो सकता है। ये बहुत कॉमन है। ज़्यादातर 95% पेशेंट्स जिन्हें स्ट्रोक होंदा है उन्होंने ब्लड प्रैशर हाई होंदा है। सो ब्लड प्रैशर का बहुत बड़ा रोल है इस बीमारी स्ट्रोक जिन्हों कि आप अधंग भी कह देंगे हैं। सो एक जे ब्लड प्रैशर कंट्रोल होएगा तो चांस बहुत घट जाते हैं कि पेशेंट को स्ट्रोक या कोई हैमीप्लीज होएगा। बहुत लोग इस स्टेज से कहते हैं सर मैं तो दवाई लग गई, मेरी तो उम्र ही बहुत घट है जी। इस लगने वाली कोई तो गल नहीं होंगी। जे तुसी एक गोली खा के अपने आप को बचा सकते हो, अपने आप को स्ट्रोक तो बचा सकते हो, हार्ट अटैक तो बचा सकते हो, तो एक गोली तुहाडे वास्ते एक बहुत वड्डी फायदेमंद चीज़ है। क्योंकि एक बार जो अटैक हो गया, स्ट्रोक हो गया, तो आपां नूं ये नहीं पता उस तो बाद रिकवर होना है नहीं होना, कितना टाइम रिकवर नहीं लगेगा, 6 महीने, साल, 2 साल, किसी को कुछ नहीं पता। इस करके अपना ब्लड प्रैशर प्रॉपर कंट्रोल रखो। तो जदों तुहानूं कोई मान लो कोई बुखार भी हो गया, कोई होर प्रॉब्लम नाल हो गई है, खांसी है, कुछ है, ब्लड प्रैशर की दवाई तुसीं मिस नहीं करनी। वो प्रॉपर ही उस तरह एडवाइस ले जानी है। जिथे तुहानूं कोई लगता है भी कोई शक है, तुसीं अपने फिजिशियन नूं, डॉक्टर नूं, मेडिसिन डॉक्टर नूं अपने कंसल्ट करो, जो कि तुहानूं गाइड करेगा जो कोई डोज वधानी है घटानी होगी। प्रॉपर अपना फॉलोअप रखो जो तुहानूं डॉक्टर बुलाते हैं, जिन्नियां मेडिसिन तुहानूं प्रिस्क्राइब करन जिस तरह नहीं करते हैं। क्योंकि हरेक डिजीज दी अलग अलग मेडिसिन होंदियां ने। जे कोई पेशेंट कोई स्मोकर है तो उन्होंने असीं जिहड़ी ब्लड प्रैशर की हाइपरटेंशन दवाई है वो अलग देवांगे। जे किसी को किडनी फेलियर है दवाई अलग है। जे किसी को नाल कोई लिवर डिजीज है तो उससे अलग है। जो हार्ट की प्रॉब्लम है तो उससे असीं होर प्रैफर करते हैं, जिवें बीटा ब्लॉकर प्रैफर करते हैं हार्ट च, असीं इस इनहिबिटर प्रैफर करते हैं। सो सारी गल्लां च ये तुहानूं डॉक्टर ही ज़्यादा बेटर गाइड कर सकदा है। सो मैं इस तुहानूं लास्ट ये कहांगा कि अपने ये ब्लड प्रैशर नूं तुसीं आपां सिंपल ना लईए, कोई गोली लगने वाला काम नहीं होता। तुहानूं एक दवाई प्रिस्क्राइब हुई है, तुसीं उहनूं प्रॉपर लो ताकि तुसीं प्रॉपर अपने आप में मेनटेन कर सको। तो दोस्तों मैं नाल ही तुहाडे तों अलविदा चाहांगा। तो एक छोटा जिहा टॉपिक सी बट ये बहुत ही इंपॉर्टेंट है। तुसीं बैठ के इहदे बारे सोचो तो देखोगे तुसीं कि बहुत वारी तुहाडे अपने रिश्तेदारां च घर भैन भरावां नूं कईयां नूं जदों प्रॉब्लम हुंदी है आंढी गुआंढियां नूं, तो सिर्फ ब्लड प्रैशर करके हुंदी है। जे उन्हां ब्लड प्रैशर कंट्रोल हुंदा शायद उन्हां नूं प्रॉब्लम ना आंदी। थैंक यू।